ਵਾਹਿਗੁਰੂ ਸਾਹਿਬ ਜੀ। ਬਾਣੀ ਗੁਰੂ ਗੁਰੂ ਹੈ ਬਾਣੀ, ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹਿ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਗੁਰਬਾਣੀ ਕਹਿ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਾਂ ਦੀ ਸਾਜੀ ਔਰ ਨਿਵਾਜੀ ਸਾਧ ਸੰਗਤ ਜੀ, ਗੁਰਾਂ ਦਾ ਖਾਸ ਸਰੂਪ ਪਿਆਰੀ ਸੰਗਤ ਜੀ, ਬੜੇ ਵਡਭਾਗੇ ਹੋ, ਵੱਡਿਆਂ ਭਾਗਾਂ ਵਾਲੇ ਹੋ, ਜੋ ਸਤਿਗੁਰੂ ਜੀ ਸਾਡੇ ਤੇ ਮਿਹਰ ਕਰ ਰਹੇ ਹਨ। ਲੜੀਵਾਰ ਸੁਖਮਨੀ ਸਾਹਿਬ ਜੀ ਦੀ ਵਿਚਾਰ ਬਖਸ਼ ਕਰਕੇ ਸਾਨੂੰ ਨਿਹਾਲ ਕਰ ਰਹੇ ਹਨ। ਸੋ ਆਓ ਬ੍ਰਹਮ ਗਿਆਨੀ ਵਾਲੀ ਅਸ਼ਟਪਦੀ 4 ਪਦਿਆਂ ਤੱਕ ਵਿਚਾਰ ਸਾਡੀ ਕੱਲ ਤੱਕ ਹੋਈ ਸੀ। ਅੱਜ ਅਸੀਂ ਬ੍ਰਹਮ ਗਿਆਨੀ ਅਸ਼ਟਪਦੀ 5ਵੇਂ ਪਦੇ ਤੋਂ ਵਿਚਾਰ ਪ੍ਰਾਰੰਭ ਕਰਨ ਦੀ ਆਗਿਆ ਸਤਿਗੁਰੂ ਤੋਂ ਮੰਗੀਏ, ਜਾਚਨਾ ਕਰੀਏ ਕਿ ਸਤਿਗੁਰੂ ਸਾਨੂੰ ਧਿਆਨ, ਸੁਰਤੀਆਂ, ਬਿਰਤੀਆਂ, ਇਕਾਗਰਤਾ ਬਖਸ਼ ਕਰਕੇ ਗੁਰਬਾਣੀ ਦਾ ਲਾਹਾ, ਗੁਰਬਾਣੀ ਵਿਚਾਰ ਦਾ ਫਲ ਸਾਡੇ ਹਿਰਦਿਆਂ ਰੂਪੀ ਝੋਲੀ ਵਿੱਚ ਪਾਉਣਾ ਕਰੋ, ਤਾਂ ਕਿ ਅਸੀਂ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਕਰ ਸਕੀਏ। ਸੋ ਆਓ ਵਿਚਾਰ ਪ੍ਰਾਰੰਭ ਕਰੀਏ। ਵਾਹਿਗੁਰੂ ਸਾਹਿਬ ਜੀ। ਬ੍ਰਹਮ ਗਿਆਨੀ ਕੈ ਏਕੈ ਰੰਗ। ਸਤਿਗੁਰੂ ਜੀ ਫਰਮਾਉਂਦੇ ਹਨ, ਭਾਈ ਬ੍ਰਹਮ ਗਿਆਨੀਆਂ 'ਚ ਇੱਕੋ ਰੰਗ, ਇੱਕੋ ਰੂਪ ਵਾਹਿਗੁਰੂ 'ਚ ਮਿਲੇ ਰਹਿੰਦੇ ਹਨ। ਇੱਕੋ ਪਰਮੇਸ਼ਰ ਦਾ ਪ੍ਰੇਮ ਰੰਗ ਚੜ੍ਹਿਆ ਰਹਿੰਦਾ ਉਹਨਾਂ ਨੂੰ। ਬ੍ਰਹਮ ਗਿਆਨੀ ਕੈ ਬਸੈ ਪ੍ਰਭ ਸੰਗ। ਭਾਈ ਬ੍ਰਹਮ ਗਿਆਨੀਆਂ ਨਾਲ ਤਾਂ ਵਾਹਿਗੁਰੂ ਸਰਗੁਣ ਸਰੂਪ ਧਾਰ ਕੇ ਨਾਲ ਰਹਿੰਦਾ ਹੈ। ਬ੍ਰਹਮ ਗਿਆਨੀ ਕੈ ਨਾਮ ਆਧਾਰ। ਇੱਥੇ ਧਿਆਨ ਰੱਖਣ ਯੋਗ ਇਹ ਗੱਲ ਹੈ ਕਿ ਅਸੀਂ ਆਧਾਰ ਪੜ੍ਹ ਜਾਂਦੇ ਹਾਂ, ਐੜਾ ਮੁਕਤਾ ਬੋਲ ਜਾਂਦੇ ਹਾਂ। ਇੱਥੇ ਐੜੇ ਨੂੰ ਵੀ ਕੰਨਾ ਲੱਗਾ ਹੈ, ਧੱਦੇ ਨੂੰ ਵੀ ਕੰਨਾ ਹੈ, ਔਰ ਰਾਰੇ ਦੇ ਪੈਰ ਵਿੱਚ ਔਂਕੜ ਹੈ। ਰਾਰੇ ਦੇ ਪੈਰ ਵਿੱਚ ਔਂਕੜ ਅਸੀਂ ਉਚਾਰਨ ਨਹੀਂ ਕਰਨਾ। ਸਤਿਗੁਰੂ ਜੀ ਨੇ ਇਹ ਕਥਾ ਵਾਸਤੇ, ਅਰਥ ਵਾਸਤੇ ਦਿੱਤਾ ਹੈ। ਬ੍ਰਹਮ ਗਿਆਨੀ ਕੈ ਨਾਮ ਆਧਾਰ। ਆਧਾਰ ਬੋਲਣਾ ਹੈ, ਆਧਾਰ ਨਹੀਂ ਬੋਲਣਾ। ਬ੍ਰਹਮ ਗਿਆਨੀਆਂ ਦੇ ਅੰਦਰ ਜੀਵਨ ਮੁਕਤੀ ਵਾਸਤੇ ਨਾਮ ਦਾ ਆਸਰਾ ਹੈ। ਬ੍ਰਹਮ ਗਿਆਨੀ ਕੈ ਨਾਮ ਪਰਵਾਰ। ਬ੍ਰਹਮ ਦੇਵਤਿਆਂ, ਬ੍ਰਹਮ ਵੇਤਿਆਂ ਦੇ ਹਿਰਦੇ 'ਚ ਨਾਮ ਹੀ ਪਰਮੇਸ਼ਰ ਦਾ ਸਤ ਸਰੂਪ ਪਰਿਵਾਰ ਹੈ। ਬ੍ਰਹਮ ਗਿਆਨੀ ਸਦਾ ਸਦ ਜਾਗਤ। ਬ੍ਰਹਮ ਗਿਆਨੀ ਤਾਂ ਸਦਾ ਗਿਆਨ ਅਵਸਥਾ ਵਿੱਚ, ਅਗਿਆਨ ਦੀ ਨੀਂਦ 'ਚੋਂ ਸਦਾ ਸਦਾ ਜਾਗਦੇ ਹਨ। ਅਵਿਦਿਆ ਦੀ ਨੀਂਦ ਕਦੇ ਨਹੀਂ ਆਉਂਦੀ ਉਹਨਾਂ ਨੂੰ।
ਬ੍ਰਹਮ ਗਿਆਨੀ ਅਹੰ ਬੁੱਧ ਤਿਆਗਤ। ਭਾਈ ਬ੍ਰਹਮ ਗਿਆਨੀ ਜਿਹੜੇ ਹਨ, ਅਹੰਕਾਰ ਵਾਲੀ ਬੁੱਧੀ ਅੰਦਰੋਂ ਛੱਡ ਦਿੰਦੇ ਹਨ। ਬ੍ਰਹਮ ਗਿਆਨੀ ਕੈ ਮਨ ਪਰਮਾਨੰਦ। ਬ੍ਰਹਮ ਗਿਆਨੀਆਂ ਦੇ ਮਨ ਵਿੱਚ ਪਰਮ ਆਨੰਦ ਸਰੂਪ ਵਸਿਆ ਹੋਇਆ ਹੈ, ਸਦਾ ਹੀ ਖਿੜੇ ਰਹਿੰਦੇ ਹਨ। ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ। ਭਾਈ ਬ੍ਰਹਮ ਗਿਆਨੀਆਂ ਦੇ ਘਰ ਮੀਨਿੰਗ ਹਿਰਦੇ ਘਰ ਵਿੱਚ ਸਦਾ ਹੀ ਪਰਮੇਸ਼ਰ ਦਾ ਆਨੰਦ ਸਾਖਿਆਤ ਬਣਿਆ ਰਹਿੰਦਾ ਹੈ। ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ। ਬ੍ਰਹਮ ਗਿਆਨੀਆਂ ਦਾ ਸਹਿਜੇ ਸੁਖ ਸਰੂਪ ਵਿੱਚ ਟਿਕਾ ਹੈ। ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼। ਭਾਈ ਸਤਿਗੁਰੂ ਜੀ ਕਹਿੰਦੇ ਨੇ, ਜੋ ਬ੍ਰਹਮ ਵੇਤੇ ਆ ਉਹਨਾਂ ਦਾ ਕਦੇ ਨਾਸ਼ ਨਹੀਂ ਹੁੰਦਾ। ਜਿਵੇਂ ਅਸੀਂ ਪਿੱਛੇ ਜ਼ਿਕਰ ਕਰ ਹੀ ਆਏ ਹਾਂ ਕਿ ਬ੍ਰਹਮ ਗਿਆਨੀਆਂ ਦਾ ਕਦੇ ਨਾਸ਼ ਨਹੀਂ ਹੁੰਦਾ। ਸਰੂਪ ਕਰਕੇ ਉਹ ਸਤ ਆਨੰਦ ਸਰੂਪ ਹਨ। ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ। ਬ੍ਰਹਮ ਗਿਆਨੀ ਤਾਂ ਬ੍ਰਹਮ ਸਰੂਪ ਦੇ ਬੇਤਾ ਜਾਣੂ ਹਨ। ਬ੍ਰਹਮ ਗਿਆਨੀ ਏਕ ਸੰਗ ਹੇਤਾ। ਭਾਈ ਬ੍ਰਹਮ ਗਿਆਨੀਆਂ ਦਾ ਇੱਕੋ ਵਾਹਿਗੁਰੂ ਨਾਲ ਹੀ ਹਿੱਤ ਹੈ, ਸਨੇਹ ਹੈ, ਇੱਕੋ ਵਾਹਿਗੁਰੂ ਨਾਲ ਪ੍ਰੇਮ ਹੈ। ਬ੍ਰਹਮ ਗਿਆਨੀ ਕੈ ਹੋਏ ਅਚਿੰਤ। ਬ੍ਰਹਮ ਗਿਆਨੀਆਂ ਦਾ ਜੋ ਕੁਛ ਹੁੰਦਾ ਹੈ ਅਚਨਚੇਤ ਸੁਤੇ ਸਿੱਧ ਹੁੰਦਾ ਜਾਂਦਾ ਹੈ। ਚਿਤਵਨੀ ਨਹੀਂ ਕਰਦੇ ਕਿ ਇਸ ਤਰ੍ਹਾਂ ਹੋਣਾ ਚਾਹੀਦਾ ਸੀ। ਸਰਬ ਚਿੰਤਾ ਤੋਂ ਰਹਿਤ ਹੋਣੇ ਕਰਕੇ ਜੋ ਕੁਝ ਵੀ ਹੁੰਦਾ ਰਜਾ ਵਿੱਚ ਹੈ। ਬ੍ਰਹਮ ਗਿਆਨੀ ਕਾ ਨਿਰਮਲ ਮੰਤ। ਭਾਈ ਬ੍ਰਹਮ ਗਿਆਨੀਆਂ ਦਾ ਜਿਹੜਾ ਮੰਤਰ ਹੈ, ਉਪਦੇਸ਼ ਹੈ, ਉਹ ਨਿਰਮਲ ਹੈ, ਭਾਵ ਉਜਲ ਹੈ। ਬ੍ਰਹਮ ਗਿਆਨੀ ਜਿਸ ਕਰੈ ਪ੍ਰਭ ਆਪ। ਜਿਨ੍ਹਾਂ ਨੂੰ ਮੇਰਾ ਵਾਹਿਗੁਰੂ ਬ੍ਰਹਮ ਗਿਆਨੀ ਸਾਧ ਸੰਗਤ ਜੀ ਬਣਾ ਦਿੰਦਾ ਆਪ। ਬ੍ਰਹਮ ਗਿਆਨੀ ਕਾ ਬੜ ਪ੍ਰਤਾਪ। ਬ੍ਰਹਮ ਗਿਆਨੀ ਦਾ ਬਹੁਤ ਵੱਡਾ ਤੇਜ ਪ੍ਰਤਾਪ ਹੈ, ਉਹਨਾਂ ਦੇ ਬਰਾਬਰ ਨਹੀਂ ਕੋਈ ਹੋ ਸਕਦਾ। ਬ੍ਰਹਮ ਗਿਆਨੀ ਕਾ ਦਰਸ ਬੜ ਭਾਗੀ ਪਾਈਐ। ਭਾਈ ਬ੍ਰਹਮ ਗਿਆਨੀਆਂ ਦੇ ਦਰਸ਼ਨ ਉੱਤਮ ਵੱਡਿਆਂ ਭਾਗਾਂ ਕਰਕੇ ਪਾਈਦੇ ਹਨ। ਬ੍ਰਹਮ ਗਿਆਨੀ ਕਉ ਬਲ ਜਾਈਐ। ਮਹਾਰਾਜ ਨੇ ਜਿਹੜੇ ਬ੍ਰਹਮ ਗਿਆਨੀ ਬਣਾਏ, ਉਹਨਾਂ ਤੋਂ ਬਲਹਾਰ ਜਾਈਏ। ਕਿਵੇਂ ਜਾਈਏ? ਮਨ ਬਾਣੀ ਸਰੀਰ ਕਰਕੇ। ਬ੍ਰਹਮ ਗਿਆਨੀ ਕੋ ਖੋਜੈ ਮਹੇਸਰ। ਸਤਿਗੁਰੂ ਜੀ ਫਰਮਾਉਂਦੇ ਹਨ, ਸ਼ਾਂਤੀ ਦੇ ਪੁੰਜ ਸ਼ਹੀਦਾਂ ਦੇ ਸਿਰਤਾਜ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ। ਭਾਈ ਸ਼ਿਵ ਜੀ ਵੀ ਬ੍ਰਹਮ ਗਿਆਨੀ ਨੂੰ ਭਾਲਦਾ ਫਿਰਦਾ ਹੈ, ਬ੍ਰਹਮ ਵੇਤਿਆਂ ਦੀ ਭਾਲ ਵਿੱਚ ਲੱਗਾ ਹੈ। ਮਹੇਸਰ ਸਾਧ ਸੰਗਤ ਜੀ ਕਹਿੰਦੇ ਸ਼ਿਵ ਜੀ ਨੂੰ, ਬ੍ਰਹਮ ਗਿਆਨੀ ਕਉ ਖੋਜੈ ਮਹੇਸਰ। ਬ੍ਰਹਮ ਗਿਆਨੀ ਨੂੰ ਭਾਲਦਾ ਲੱਭਦਾ ਫਿਰਦਾ ਹੈ ਸ਼ਿਵ ਜੀ। ਜਿਵੇਂ ਸਾਧ ਸੰਗਤ ਜੀ, ਇੱਕ ਵਾਰੀ ਇੱਕ ਪੰਡਿਤ ਸੀ, ਉਸ ਦੇ ਜਗ ਕਰਨ ਵਿੱਚ ਫਰਕ ਰਹਿ ਗਿਆ। ਉਹਦੇ ਪੁੱਤਰ ਪਿੰਗਲਾ ਪੈਂਦਾ ਹੋਇਆ, ਉਹਦਾ ਹੱਥ ਵੀ ਨਹੀਂ ਸੀ। ਦੋਵੇਂ ਮਿਲ ਕੇ ਗਿਆਨ ਦੀ ਚਰਚਾ ਕਰਨ ਲੱਗੇ। ਉਹ ਬੱਚਾ ਪਿਛਲੇ ਕਰਮਾਂ ਕਰਕੇ ਗਿਆਨਵਾਨ ਸੀ। ਪੰਡਿਤ ਚਰਚਾ ਕਰਨ ਲੱਗਾ ਕਿ ਜਦੋਂ ਗਿਆਨਵਾਨ ਸੌ ਜਾਂਦਾ ਹੈ, ਉਹਦੀ ਅਗਿਆਨੀਆਂ ਵਾਲੀ ਹਾਲਤ ਹੁੰਦੀ ਹੋਣੀ ਹੈ। ਜਦੋਂ ਜਾਗਦਾ
ਉਸ ਨੂੰ ਵਿਸ਼ੇਸ਼ ਗਿਆਨ ਰਹਿੰਦਾ ਹੋਣਾ। ਕੀ ਫਰਕ ਹੈ? ਪੰਡਤ ਨਿਰਣਾ ਨਾ ਕਰ ਸਕੇ। ਕਹਿੰਦੇ ਤਾਂ ਇਉਂ ਬੇਹੋਸ਼ੀ ਹੁੰਦੀ ਹੈ। ਇਉਂ ਸਾਰੇ ਕਹਿਣ ਲੱਗੇ। ਬੱਚਾ ਕਹਿਣ ਲੱਗਾ, ਪੰਡਤੋ, ਤੁਸੀਂ ਹੋ ਤਾਂ ਸਾਰੇ ਵਿਦਵਾਨ, ਪਰ ਮੇਰੀ ਜੇ ਰਾਏ ਪੁੱਛੋ ਤਾਂ ਮੈਂ ਦੱਸ ਦਿੰਦਾ। ਕਹਿਣ ਲੱਗਾ, ਜਦੋਂ ਬ੍ਰਹਮ ਗਿਆਨੀ ਸੌਂਦਾ ਉਦੋਂ ਸਤੋ ਗੁਣ 'ਚ ਬਿਰਤੀ ਲੀਨ ਹੁੰਦੀ ਹੈ। ਸਤੋ ਗੁਣ ਵਾਲੇ ਦੇ ਅੰਦਰ ਗਿਆਨ ਕਾਇਮ ਰਹਿੰਦਾ। ਗਿਆਨ ਦੇ ਵਿੱਚ ਹੀ ਚਿੱਤ ਉਹਦਾ ਸਥਿਤ ਹੁੰਦਾ। ਇਸ ਕਰਕੇ ਉਹਦੀ ਬੇਹੋਸ਼ੀ ਦੀ ਨੀਂਦ ਤਮੋ ਗੁਣੀ 'ਚ ਨਹੀਂ ਲੀਨ ਹੁੰਦੀ। ਇਉਂ ਗਿਆਨੀ ਦਾ ਜਿਹੜਾ ਸੌਣਾ ਵੱਖਰਾ ਹੈ। ਇਹ ਸੁਣ ਕੇ ਪੰਡਤ ਗੁੱਸੇ ਹੋ ਗਿਆ। ਉੱਤਰ ਤਾਂ ਠੀਕ ਸੀ। ਕਹਿੰਦਾ, ਮੇਰੇ ਆਸਰੇ ਤੇਰੀ ਪਾਲਣਾ ਹੁੰਦੀ ਹੈ। ਤੇਰੇ ਹੱਥ ਨਹੀਂ, ਤੇਰੇ ਪੈਰ ਨਹੀਂ, ਤੇ ਤੂੰ ਸਾਰੀ ਸਭਾ 'ਚ ਸਾਡੀ ਨਿਰਾਦਰੀ ਕਰਦਾ। ਬੱਚਾ ਕਹਿੰਦਾ, ਪਾਲਣਾ ਤਾਂ ਪਰਮੇਸ਼ਰ ਹੀ ਸਾਰਿਆਂ ਦੀ ਕਰਦਾ। ਪੰਡਤ ਗੁੱਸੇ 'ਚ ਉਸ ਬੱਚੇ ਨੂੰ ਜੰਗਲ 'ਚ ਛੱਡ ਆਇਆ। ਜੰਗਲ ਸੁੱਕਾ ਸੀ। ਮਹਾਰਾਜ ਦੀ ਐਸੀ ਕਿਰਪਾ ਹੋਈ ਕਿ ਜੰਗਲ ਹਰਿਆ ਹੋ ਗਿਆ। ਸਾਰੇ ਫਲ ਲੱਗ ਗਏ। ਪੰਛੀ ਚੁੰਝਾਂ ਨਾਲ ਫਲ ਤੋੜ ਕੇ ਸੁੱਟ ਦਿਆ ਕਰਨ ਤੇ ਉਹ ਟੁੰਡਾਂ ਨਾਲ ਚੱਕ ਕੇ ਖਾ ਲਿਆ ਕਰੇ। ਇਸ ਪ੍ਰਕਾਰ ਮਹਾਰਾਜ ਨੇ ਉਹਦੀ ਪਾਲਣਾ ਕੀਤੀ। ਇੱਕ ਦਿਨ ਨਾਰਦ ਮੁਨੀ ਦਰਸ਼ਨ ਕਰਨ ਆਇਆ। ਸੋਹਣਾ ਜੰਗਲ ਦੇਖਦਾ ਬੱਚੇ ਕੋਲੇ ਆ ਗਿਆ। ਬੱਚੇ ਨੇ ਨਮਸਕਾਰ ਕੀਤੀ। ਬੱਚੇ ਨੂੰ ਪੁੱਛਿਆ, ਨਾਰਦ ਨੇ, ਮੈਨੂੰ ਜਾਣਦਾ? ਹਾਂ ਮਹਾਰਾਜ ਜੀ, ਤੁਸੀਂ ਬ੍ਰਹਮਾ ਦੇ ਪੁੱਤਰ ਹੋ। ਤੁਹਾਡਾ ਸਦਾ ਵਿਚਰਨ ਦਾ ਸੁਭਾਅ ਹੈ। ਕੀਰਤਨ ਕਰਦੇ ਰਹਿੰਦੇ ਹੋ। ਸੁਣ ਕੇ ਕਹਿੰਦਾ, ਵਰ ਮੰਗ। ਕਹਿਣ ਲੱਗਾ, ਨਾਰਦ ਜੀ, ਤੁਸੀਂ ਨਾਰਾਜ਼ ਨਾ ਹੋਇਓ, ਪ੍ਰਸੰਨ ਰਹਿਓ। ਤੁਸੀਂ ਵਰ ਦੱਸੋ ਕਿ ਮੈਨੂੰ ਕਰਮਾਂ ਅਨੁਸਾਰ ਦਿਓਗੇ ਕਿ ਉਲਟ? ਜੇ ਤਾਂ ਕਰਮਾਂ ਅਨੁਸਾਰ ਦਿਓਗੇ ਤਾਂ ਪਰਮੇਸ਼ਰ ਨੇ ਜੋ ਕੁਝ ਦੇਣਾ ਹੈ ਦੇ ਰਿਹਾ ਹੈ, ਤੇ ਮੈਂ ਤੁਹਾਤੋਂ ਕੀ ਵਰ ਮੰਗਾ? ਸੁਣ ਕੇ ਨਾਰਦ ਬੜਾ ਖੁਸ਼ ਹੋਇਆ। ਕਹਿੰਦਾ ਕਿ ਇਹ ਤਾਂ ਬ੍ਰਹਮ ਗਿਆਨੀ ਹੈ। ਇਹ ਚੱਲ ਕੇ ਦੱਸੀਏ ਬਾਕੀ ਦੇ ਦੇਵਤਿਆਂ ਨੂੰ। ਇੰਦਰ ਕੋਲੇ ਗੱਲ ਕੀਤੀ। ਉਹ ਵੀ ਤਿਆਰ ਹੋ ਗਿਆ ਦਰਸ਼ਨਾਂ ਵਾਸਤੇ। ਸ਼ਿਵ ਜੀ ਨੂੰ, ਵਿਸ਼ਨੂੰ ਜੀ ਵੀ, ਬ੍ਰਹਮਾ ਵੀ ਤਿਆਰ ਹੋ ਗਏ ਦਰਸ਼ਨਾਂ ਨੂੰ। ਚਾਰੇ ਦੇਵਤੇ ਬੱਚੇ ਦੇ ਕੋਲੋਂ ਆਏ। ਪਹਿਲਾਂ ਇੰਦਰ ਪ੍ਰਗਟ ਹੋਇਆ। ਕਹਿੰਦਾ, ਮੈਨੂੰ ਜਾਣਦਾ? ਬੱਚਾ ਕਹਿਣ ਲੱਗਾ, ਤੂੰ ਸਵਰਗ ਦਾ ਰਾਜਾ ਹੈ। ਇੰਦਰ ਬਾਰੇ ਸਾਰਾ ਕੁਝ ਦੱਸ ਦਿੱਤਾ। ਕਹਿੰਦਾ, ਵਰ ਮੰਗ। ਕਹਿੰਦਾ, ਵਰ ਕਰਮਾਂ ਅਨੁਸਾਰ ਦੇਵੇਗਾ ਕਿ ਉਲਟ? ਕਹਿੰਦਾ, ਦੇਊਂਗਾ ਤਾਂ ਕਰਮਾਂ ਅਨੁਸਾਰ ਹੀ। ਕਹਿੰਦਾ, ਤੈਥੋਂ ਕੀ ਮੰਗਾ? ਪਰਮੇਸ਼ਰ ਦੇ ਰਿਹਾ ਹੈ। ਬ੍ਰਹਮਾ, ਸ਼ਿਵ ਜੀ, ਵਿਸ਼ਨੂੰ ਸਾਰੇ ਪ੍ਰਗਟ ਹੋਏ। ਉਹਨਾਂ ਨੂੰ ਵੀ ਉਹ ਉੱਤਰ ਦਿੱਤਾ। ਤਿੰਨੇ ਕਹਿੰਦੇ ਕਿ ਕਿੱਡਾ ਨਿਸ਼ਕਾਰੀ ਹੈ, ਗਿਆਨਵਾਨ ਹੈ, ਕੁਛ ਨਹੀਂ ਮੰਗਿਆ। ਆਪਾਂ ਪਰਮੇਸ਼ਰ ਅੱਗੇ ਬੇਨਤੀ ਕਰਕੇ ਇਹਦੇ ਹੱਥ ਪੈਰ ਸਲਾਮਤ ਕਰ ਦਈਏ। ਉਸ ਵੇਲੇ ਸਾਰਿਆਂ ਦੇਵਤਿਆਂ ਬੇਨਤੀ ਕੀਤੀ ਪਰਮੇਸ਼ਰ ਜੀ ਅੱਗੇ। ਬੇਨਤੀ ਮੰਨੀ ਗਈ। ਬੱਚੇ ਦਾ ਸੋਨੇ ਵਰਗਾ ਸਰੀਰ ਹੋ ਗਿਆ। ਸਾਰੇ ਅੰਗ ਸਲਾਮਤ ਹੋ ਗਏ। ਪੂਰਨ ਗਿਆਨ 'ਚ ਬੈਠਾ ਨਿਹਾਲ ਹੋਇਆ। ਪੰਡਤ ਆਇਆ ਫਿਰ ਵੇਖਣ। ਸਾਰੇ ਅੰਗਾਂ ਸਮੇਤ ਵੇਖ ਕੇ ਕਹਿੰਦਾ, ਮੈਂ ਤਾਂ ਬੜੀ ਗਲਤੀ ਕੀਤੀ, ਮਾਫੀ ਮੰਗੀ। ਇਸ ਪ੍ਰਕਾਰ ਮਹਾਰਾਜ ਕਹਿੰਦੇ ਹਨ ਕਿ ਬ੍ਰਹਮ ਗਿਆਨੀ ਨੂੰ ਬ੍ਰਹਮਾ, ਵਿਸ਼ਨੂੰ, ਸ਼ਿਵ ਜੀ, ਇੰਦਰ ਆਦਿਕ ਸਾਰੇ ਬ੍ਰਹਮਵੇਤੇ ਨੂੰ ਖੋਜਦੇ ਆ, ਭਾਲਦੇ ਕਿ ਬ੍ਰਹਮਵੇਤੇ ਦੇ ਕਿਤੋਂ ਦਰਸ਼ਨ ਹੋ ਜਾਣ, ਬ੍ਰਹਮ ਗਿਆਨੀ ਦੇ ਦਰਸ਼ਨ ਹੋ ਜਾਣ। ਕਿਉਂ ਸਤਿਗੁਰੂ ਜੀ? ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ, ਭਾਈ, ਕਿਉਂਕਿ ਬ੍ਰਹਮ ਗਿਆਨੀ ਆਪ ਪਰਮੇਸ਼ਰ ਦਾ ਰੂਪ ਹੈ। ਬ੍ਰਹਮ ਗਿਆਨੀ ਕੀ ਕੀਮਤ ਨਾਹੀਂ। ਜਿਹੜੇ ਬ੍ਰਹਮ ਵੇਤੇ ਹਨ ਉਹਨਾਂ ਦੀ ਕਿਸੇ ਤੋਂ ਕੀਮਤ ਨਹੀਂ ਪਾਈ ਜਾਂਦੀ।
ਮੁੱਲ ਨਹੀਂ ਪਾਇਆ ਜਾ ਸਕਦਾ। ਬ੍ਰਹਮ ਗਿਆਨੀ ਕੈ ਸਗਲ ਮਨ ਮਾਹਿ। ਜੋ ਕੁਝ ਸੰਸਾਰ 'ਚ ਵਰਤਾਰਾ ਵਰਤਦਾ ਹੈ, ਬ੍ਰਹਮ ਗਿਆਨੀ ਸਭ ਕੁਝ ਜਾਣਦਾ ਹੈ। ਸਭ ਕੁਝ ਉਸ ਦੇ ਮਨ ਵਿੱਚ ਹੈ। ਸੰਸਾਰ ਦੇ ਸਾਰੇ ਪਦਾਰਥ ਮਿਥਿਆ ਜਾਣ ਕਰਕੇ ਪਰਮੇਸ਼ਰ 'ਚ ਜੁੜੇ ਰਹਿੰਦੇ ਹਨ। ਅੰਤਰਜਾਮਤਾ ਸਾਰਿਆਂ ਦੀ ਹੈ, ਪਰ ਭੇਤ ਨਹੀਂ ਦਿੰਦੇ ਕਿ ਅਸੀਂ ਜਾਣਦੇ ਹਾਂ। ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ। ਜਿਹੜੇ ਬ੍ਰਹਮ ਗਿਆਨੀ ਹਨ, ਉਹਨਾਂ ਦੇ ਭੇਤ ਨੂੰ, ਤੱਤ ਨੂੰ, ਸਿਧਾਂਤ ਨੂੰ ਕਿਹੜਾ ਜਾਣ ਸਕਦਾ ਹੈ। ਬ੍ਰਹਮ ਗਿਆਨੀ ਕੋ ਸਦਾ ਆਦੇਸ। ਸਤਿਗੁਰੂ ਜੀ ਕਹਿੰਦੇ ਹਨ, ਬ੍ਰਹਮ ਗਿਆਨੀਆਂ ਨੂੰ ਸਾਰੀ ਸ੍ਰਿਸ਼ਟੀ ਹੀ ਨਮਸਕਾਰਾਂ ਪਈ ਕਰਦੀ ਹੈ। ਬ੍ਰਹਮ ਗਿਆਨੀ ਕਾ ਕਥਿਆ ਨ ਜਾਏ ਅਧਿਆਖਰ। ਭਾਈ ਬ੍ਰਹਮ ਗਿਆਨੀ ਦਾ ਜਿਹੜਾ ਅਧਿਆਖਰ ਹੈ ਨਾ, ਅੱਧਾ ਅੱਖਰ ਵੀ ਬ੍ਰਹਮ ਗਿਆਨੀ ਦਾ ਕੋਈ ਕਥਨ ਨਹੀਂ ਕਰ ਸਕਦਾ। ਬ੍ਰਹਮ ਗਿਆਨੀ ਦੀ ਪੂਰਨਤਾ ਕੋਈ ਕੀ ਕਥਨ ਕਰੇਗਾ। ਜਿਹੜਾ ਅੱਧਾ ਅੱਖਰ ਬ੍ਰਹਮ ਦਾ ਹੀ ਕਥਨ ਨਹੀਂ ਕਰ ਸਕਦਾ, ਬ੍ਰਹਮ ਗਿਆਨੀ ਦਾ ਕਥਨ ਕੌਣ ਕਰ ਸਕੇਗਾ। ਬ੍ਰਹਮ ਨਹੀਂ ਜਦੋਂ ਕਿਸੇ ਤੋਂ ਕਥਨ ਕੀਤਾ ਜਾਂਦਾ, ਇਹ ਬ੍ਰਹਮ ਦੇ ਗਿਆਤੇ ਨੂੰ ਕਿਹੜਾ ਕਥਨ ਕਰੇਗਾ। ਅਧ ਅਸ਼ਟਾਂਗ ਜਿਹੜਾ ਹੈ ਨਾ, ਬ੍ਰਹਮ ਗਿਆਨੀ ਨੂੰ ਪ੍ਰਾਪਤ ਹੋਇਆ, ਤੇ ਆਖਰ ਪੂਰਨ ਤੋਂ ਰਹਿਤ ਜਿਹੜਾ ਬ੍ਰਹਮ ਸਰੂਪ ਹੈ, ਜਿਸ ਨੂੰ ਸ਼ਸਤਰ ਨਹੀਂ ਕੱਢ ਸਕਦਾ, ਅੱਗ ਨਹੀਂ ਸਾੜ ਸਕਦੀ, ਪਾਣੀ ਨਹੀਂ ਡੁਬੋ ਸਕਦਾ, ਐਸਾ ਖੁਰਨ ਤੋਂ ਰਹਿਤ ਅਧ ਅਸ਼ਟਾਂਗ ਜੋ ਬ੍ਰਹਮ ਗਿਆਨੀ ਨੂੰ ਪ੍ਰਾਪਤ ਹੋਇਆ ਹੈ, ਉਹ ਵੀ ਕੋਈ ਕਥਨ ਨਹੀਂ ਕਰ ਸਕਦਾ। ਇਸ ਪ੍ਰਕਾਰ ਬ੍ਰਹਮ ਵੇਤੇ ਜੋ ਹਨ, ਉਹ ਸਦਾ ਸੁਤੰਤਰ ਹਨ। ਬ੍ਰਹਮ ਗਿਆਨੀ ਸਰਬ ਕਾ ਠਾਕੁਰ। ਭਾਈ ਬ੍ਰਹਮ ਗਿਆਨੀ ਤਾਂ ਸਾਰਿਆਂ ਦਾ ਠਾਕੁਰ ਸੁਆਮੀ ਹੈ। ਬ੍ਰਹਮ ਗਿਆਨੀ ਕੀ ਮਿਤ ਕੌਣ ਬਖਾਨੈ। ਬ੍ਰਹਮ ਗਿਆਨੀ ਦੀ ਮਿਤ ਮਰਿਆਦਾ ਨੂੰ ਕੌਣ ਹੈ ਕਥਨ ਕਰ ਸਕੇ। ਕੋਈ ਕਥਨ ਨਹੀਂ ਕਰ ਸਕਦਾ। ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ। ਬ੍ਰਹਮ ਗਿਆਨੀ ਦੀ ਜਿਹੜੀ ਗਤ ਮਰਿਆਦਾ ਹੈ, ਰੀਤੀ ਹੈ, ਉਹ ਬ੍ਰਹਮ ਗਿਆਨੀ ਹੀ ਜਾਣਦਾ ਹੈ। ਬ੍ਰਹਮ ਗਿਆਨੀ ਕਾ ਅੰਤ ਨ ਪਾਰ। ਭਾਈ ਬ੍ਰਹਮ ਗਿਆਨੀ ਦਾ ਅੰਤ ਪਾਰਾਵਾਰ ਨਹੀਂ ਕਿਸੇ ਤੋਂ ਪਾਇਆ ਜਾ ਸਕਦਾ। ਆਰ ਪਾਰ ਲੋਕ ਪ੍ਰਲੋਕ ਕਰਕੇ। ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ। ਸਤਿਗੁਰੂ ਜੀ ਕਹਿੰਦੇ, ਬ੍ਰਹਮ ਗਿਆਨੀਆਂ ਨੂੰ ਸਦਾ ਹੀ ਸਾਡੀ ਨਮਸਕਾਰ ਬੰਦਨਾ ਹੈ। ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ। ਭਾਈ ਬ੍ਰਹਮ ਗਿਆਨੀ ਸਾਰੀ ਸ੍ਰਿਸ਼ਟੀ ਦਾ ਕਰਤਾ ਈਸ਼ਵਰ ਰੂਪ ਆਪ ਹੈ। ਈਸ਼ਵਰ ਨੂੰ ਤਾਂ ਜਗਤ ਦੀ ਉਤਪਤੀ, ਪਾਲਣਾ, ਲੈਤਾ ਦਾ ਫਿਕਰ ਹੈ। ਉਹ ਸਾਰਿਆਂ ਨੂੰ ਸ੍ਰੇਸ਼ਟ ਕਰਨ ਵਾਲਾ ਹੈ, ਗਿਆਨਵਾਨ ਕਰਕੇ। ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ। ਭਾਈ ਬ੍ਰਹਮ ਗਿਆਨੀ ਜਿਹੜੇ ਸਦਾ ਜਿਉਂਦੇ ਹਨ, ਕਦੇ ਉਹ ਮਰਦੇ ਨਹੀਂ। ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ। ਇੱਥੇ ਜੱਜੇ ਨੂੰ ਬਿਹਾਰੀ ਹੈ, ਐੜਾ ਮੁਕਤਾ ਹੈ। ਇਸ ਨੂੰ ਕੱਲਾ ਜੀ ਨਹੀਂ ਪੜ੍ਹ ਕੇ ਲੰਘ ਜਾਣਾ, ਇਸ ਨੂੰ ਪੜ੍ਹਨਾ ਹੈ ਜੀ, ਐੜਾ ਵੀ ਪੜ੍ਹਨਾ ਹੈ ਮੁਕਤਾ। ਐੜਾ ਮੁਕਤਾ ਅ, ਈੜੀ ਮੁਕਤੀ ਏ, ਹਾਹਾ ਮੁਕਤਹ। ਇਸ ਤਰ੍ਹਾਂ ਇਸ ਨੂੰ ਮੁਕਤੇ ਅੱਖਰਾਂ ਨੂੰ ਜਿਵੇਂ ਪੜ੍ਹੀਦਾ ਹੈ, ਉਸ ਤਰ੍ਹਾਂ ਉਚਾਰਨ ਕਰਨਾ ਹੈ। ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ। ਸਤਿਗੁਰੂ ਜੀ ਨੇ ਕੋਈ ਆੜਾ ਵਾਧੂ ਨਹੀਂ ਲਾਇਆ, ਸਾਡੇ ਬੋਲਣ ਵਾਸਤੇ ਹੀ ਲਾਇਆ ਹੈ। ਬ੍ਰਹਮ ਗਿਆਨੀ ਜਿਹੜਾ ਹੈ, ਮੁਕਤੀ ਦਾ, ਜੁਗਤੀਆਂ ਦਾ, ਜੁਗਤ ਜੁੜਨ ਦਾ, ਪਰਮੇਸ਼ਰ ਨਾਲ ਲਿਵ ਲਾਉਣ ਵਿੱਚ ਜੀਆਂ ਦਾ ਦਾਤਾ ਹੈ।
ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ। ਬ੍ਰਹਮ ਗਿਆਨੀ ਤਾਂ ਪੂਰਨ ਜੋ ਸਾਰਿਆਂ ਥਾਵਾਂ 'ਤੇ ਵਿਆਪਕ ਹੈ, ਪਰਮੇਸ਼ਰ ਪੁਰਖ ਰੱਖਿਆ ਕਰਨ ਵਾਲਾ ਹੈ। ਉਹ ਵਿਧਾਤਾ ਕਰਮ ਫਲ ਪਰਦਾਤਾ ਦਾ ਰੂਪ ਹੈ। ਬ੍ਰਹਮ ਗਿਆਨੀ ਅਨਾਥ ਕਾ ਨਾਥ। ਬ੍ਰਹਮ ਗਿਆਨੀ ਤਾਂ ਜਿਨ੍ਹਾਂ ਯਤੀਮਾਂ ਦਾ ਕੋਈ ਨਹੀਂ, ਉਹਨਾਂ ਦਾ ਵੀ ਸੁਆਮੀ ਹੈ। ਬ੍ਰਹਮ ਗਿਆਨੀ ਕਾ ਸਭ ਉਪਰ ਹਾਥ। ਸਤਿਗੁਰੂ ਜੀ ਬ੍ਰਹਮ ਗਿਆਨੀ ਦੇ ਸ਼ੁਭ ਗੁਣ ਦੱਸਦੇ ਹੋਏ ਫਰਮਾਉਂਦੇ ਹਨ ਕਿ ਭਾਈ ਬ੍ਰਹਮ ਦੇਵਤਿਆਂ ਦਾ, ਬ੍ਰਹਮ ਵੇਤਿਆਂ ਦਾ ਸਾਰਿਆਂ ਉੱਤੇ ਹੀ ਕਿਰਪਾ ਦਾ ਭਰਿਆ ਹੋਇਆ ਹੱਥ ਹੈ। ਕਿਰਪਾ ਕਰਕੇ ਸਾਰਿਆਂ ਨੂੰ ਨਿਹਾਲ ਕਰਦਾ ਹੈ। ਬ੍ਰਹਮ ਗਿਆਨੀ ਕਾ ਸਗਲ ਆਕਾਰ। ਬ੍ਰਹਮ ਵੇਤੇ ਤਾਂ ਸਾਰਾ ਸੰਸਾਰ ਆਪ ਦਾ ਹੀ ਰੂਪ ਸਮਝਦਾ ਹੈ, ਸਾਰਾ ਆਕਾਰ ਤਾਂ ਉਹਨਾਂ ਦਾ ਹੀ ਹੈ। ਬ੍ਰਹਮ ਗਿਆਨੀ ਆਪ ਨਿਰੰਕਾਰ। ਭਾਈ ਬ੍ਰਹਮ ਗਿਆਨੀ ਆਕਾਰ 'ਚ ਨਹੀਂ ਫਸਦਾ, ਫਿਰ ਆਪ ਨਿਰਾਕਾਰ ਰੂਪ ਵਿੱਚ ਰਹਿੰਦਾ ਹੈ। ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ। ਬ੍ਰਹਮ ਗਿਆਨੀ ਦੀ ਜਿਹੜੀ ਸ਼ੋਭਾ ਹੈ, ਜਿਹੜੀ ਸੋਏ ਹੈ, ਉਹ ਬ੍ਰਹਮ ਗਿਆਨੀਆਂ ਨੂੰ ਹੀ ਬਣਦੀ ਹੈ। ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ। ਸਤਿਗੁਰੂ ਜੀ ਕਹਿੰਦੇ ਜਿਹੜਾ ਬ੍ਰਹਮ ਗਿਆਨੀ ਹੈ ਨਾ, ਉਹ ਭਾਈ ਸਾਰਿਆਂ ਦਾ ਮਾਲਕ ਹੈ, ਉਹ ਧਨੀ ਹੈ। ਜਿਵੇਂ ਇੱਕ ਮਹਾਤਮਾ ਦੀ ਵਾਰਤਾ ਆਉਂਦੀ ਹੈ। ਇੱਕ ਵਾਰ ਦੀ ਗੱਲ ਹੈ, ਸਾਧ ਸੰਗਤ ਜੀ, ਇੱਕ ਦੇਸ਼ ਵਿੱਚ ਇੱਕ ਮਹਾਤਮਾ ਚੰਗੇ ਸਾਧੂ ਅਤੀਤ ਰਹਿੰਦੇ ਸਨ, ਗੁਣਾਂ ਵਾਲੇ ਸਨ। ਉਹ ਭਿਖਿਆ ਵਾਸਤੇ ਗਏ। ਉੱਥੋਂ ਦੇ ਲੋਕ ਸੀ, ਕਹਿੰਦੇ ਅਸੀਂ ਬ੍ਰਹਮ ਗਿਆਨੀ ਹੁੰਦੇ ਹਾਂ, ਪੁੰਨ ਦਾਨ ਨਹੀਂ ਕਰਦੇ, ਕਿਉਂਕਿ ਪੁੰਨ ਦਾਨ ਕਰਿਆਂ ਫਿਰ ਜਨਮ ਧਾਰ ਕੇ ਲੈਣਾ ਪੈਂਦਾ, ਇਸ ਕਰਕੇ ਅਸੀਂ ਦਾਨ ਪੁੰਨ ਕਰਦੇ ਹੀ ਨਹੀਂ। ਸੰਤ ਆ ਗਏ। ਉੱਥੋਂ ਦੇ ਦੇਸ਼ ਦਾ ਰਾਜਾ ਸੀ। ਉਹਦੇ ਸਰੀਰ ਵਿੱਚ ਜਲਣਾਤਾ ਦੀ ਕੋਈ ਐਸੀ ਬਿਮਾਰੀ ਸੀ। ਉਹਨੇ ਬੜੇ ਯਤਨ ਕੀਤੇ, ਹਕੀਮਾਂ ਦੀਆਂ ਦਵਾਈਆਂ ਵਰਤੀਆਂ, ਰਾਜੀ ਨਾ ਹੋਇਆ। ਉਹ ਸੰਤਾਂ ਨੂੰ ਕਹਿਣ ਲੱਗਾ, ਮਹਾਰਾਜ ਕੋਈ ਰਾਜੀ ਕਰਨ ਦਾ ਉਪਾਅ ਦੱਸੋ। ਕਹਿੰਦੇ, ਉਪਾਅ ਤਾਂ ਹੋ ਸਕਦਾ ਹੈ ਰਾਜਾ, ਜੇ ਬ੍ਰਹਮ ਗਿਆਨੀ ਦਾ ਤੇਲ ਕੱਢ ਕੇ ਤੇਰੇ 'ਤੇ ਮਲਿਆ ਜਾਵੇ, ਤੂੰ ਰਾਜੀ ਹੋ ਸਕਦਾ। ਉਹ ਕਹਿਣ ਲੱਗਾ, ਬ੍ਰਹਮ ਗਿਆਨੀ ਕਿੱਥੋਂ ਮਿਲਣਗੇ। ਸੰਤ ਜੀ ਕਹਿਣ ਲੱਗੇ, ਸਾਰਾ ਦੇਸ਼ ਤਾਂ ਕਹਿੰਦਾ ਅਸੀਂ ਬ੍ਰਹਮ ਗਿਆਨੀ ਹਾਂ। ਰਾਜੇ ਨੇ ਸਾਰਿਆਂ ਨੂੰ ਸੱਦ ਲਿਆ, ਇਕੱਠੇ ਕਰ ਲਏ। ਪੁੱਛਦਾ, ਤੁਸੀਂ ਬ੍ਰਹਮ ਗਿਆਨੀ ਹੋ। ਕਹਿੰਦੇ, ਅਸੀਂ ਬ੍ਰਹਮ ਗਿਆਨੀ ਹਾਂ। ਰਾਜਾ ਕਹਿੰਦਾ, ਇਹ ਗੱਲ ਹੈ, ਮੇਰਾ ਸਰੀਰ ਰਾਜੀ ਨਹੀਂ ਹੁੰਦਾ। ਤੁਸੀਂ ਕੋਈ ਖੁਸ਼ੀ ਨਾਲ ਆਪ ਦਾ ਸਰੀਰ ਦਿਓ, ਤੁਹਾਡਾ ਅਰਕ ਕੱਢ ਕੇ ਮੈਂ ਮਲਾਂ ਤਾਂ ਮੈਂ ਰਾਜੀ ਹੋ ਸਕਦਾ। ਉਹ ਸਾਰੇ ਮੁੱਕਰ ਗਏ। ਕਹਿੰਦੇ, ਅਸੀਂ ਧੱਕੇ ਨਾਲ ਬਣੇ ਹਾਂ, ਵੈਸੇ ਅਸੀਂ ਹੈ ਨਹੀਂ ਹਾਂ। ਇੱਕ ਬ੍ਰਹਮ ਗਿਆਨੀ ਹੈ, ਤੂੰ ਉਹਦੇ ਕੋਲ ਜਾ। ਫੇਰ ਮਹਾਤਮਾ ਦੇ ਕੋਲ ਰਾਜਾ ਗਿਆ। ਉਹ ਕਹਿਣ ਲੱਗਾ, ਮਹਾਰਾਜ ਆਪ ਆਗਿਆ ਕਰੋ, ਪਾਲਕੀ ਭੇਜ ਦੇਈਏ। ਮਹਾਤਮਾ ਕਹਿਣ ਲੱਗਾ, ਸਾਡਾ ਘੋੜਾ ਤਕੜਾ, ਅਸੀਂ ਆਪ ਹੀ ਚੱਲ ਕੇ ਆ ਜਾਵਾਂਗੇ। ਆਪ ਸਰੀਰ ਨਾਲ ਤੁਰ ਕੇ ਆ ਗਏ। ਕਹਿਣ ਲੱਗੇ, ਰਾਜਾ ਕੀ ਗੱਲ ਹੈ। ਰਾਜਾ ਕਹਿੰਦਾ, ਤੁਸੀਂ ਬ੍ਰਹਮ ਗਿਆਨੀ ਹੋ। ਉਹ ਕਹਿਣ ਲੱਗੇ, ਅਸੀਂ ਤਾਂ ਨਹੀਂ ਬ੍ਰਹਮ ਗਿਆਨੀ। ਬ੍ਰਹਮ ਗਿਆਨੀ ਤਾਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਹਨ, ਉਹਨਾਂ ਦੇ ਦਾਸਾਂ ਦੇ ਦਾਸ ਹਾਂ। ਤੂੰ ਗੱਲ ਦੱਸ, ਕੰਮ ਕੀ ਹੈ। ਕਹਿਣ ਲੱਗਾ, ਬ੍ਰਹਮ ਗਿਆਨੀ ਦੇ ਸਰੀਰ ਦਾ ਤੇਲ ਕੱਢ ਕੇ ਮਾਲਿਸ਼ ਕੀਤੀ ਜਾਵੇ ਤਾਂ ਮੈਂ ਠੀਕ ਹੋ ਸਕਦਾ, ਰਾਜੀ ਹੋ ਸਕਦਾ, ਮੇਰਾ ਦੁੱਖ ਹਟ ਸਕਦਾ। ਸੰਤ ਕਹਿੰਦੇ, ਤੂੰ ਰਾਜੀ ਤਾਂ ਭਾਈ ਨਿਗਾਹ ਨਾਲ ਹੀ ਹੋ ਸਕਦਾ ਹੈ।
ਸਰੀਰ ਹਾਜ਼ਰ ਹੈ। ਜੇ ਤੇਲ ਕੱਢਣਾ ਹੈ ਤਾਂ ਨਿਗਾਹ ਨਾਲ ਹੀ ਉਸ ਰਾਜੇ ਨੂੰ ਰਾਜੀ ਕਰਤਾ। ਜਿਹੜਾ ਐਸਾ ਬ੍ਰਹਮਵੇਤਾ ਹੈ, ਉਸ ਦੀ ਸਿਰਫ ਇੱਕ ਨਿਗਾਹ ਹੀ ਕਾਫੀ ਹੁੰਦੀ ਹੈ। ਉਹ ਸਾਰਿਆਂ ਦਾ ਧਨੀ ਹੈ। ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ ਦੀ ਦਾਤ ਜਿਸ ਨੂੰ ਪ੍ਰਾਪਤ ਹੋ ਜਾਂਦੀ ਹੈ, ਉਸ ਦੀ ਦ੍ਰਿਸ਼ਟੀ 'ਚੋਂ ਅੰਮ੍ਰਿਤ ਵਰਸਦਾ ਹੈ। ਜਿਸ ਨੂੰ ਮਹਾਰਾਜ ਬਖਸ਼ਿਸ਼ ਕਰਨ, ਉਹ ਦਾਸਾਂ ਦੇ ਦਾਸ ਹੋ ਕੇ ਲਾਭ ਉਠਾ ਸਕਦੇ ਹਨ। ਇਹ ਮਹਾਰਾਜ ਜੀ ਨੇ ਬ੍ਰਹਮ ਗਿਆਨੀ ਦੇ ਲੱਛਣ ਪ੍ਰਗਟ ਕੀਤੇ ਹਨ। ਸੋ ਸਾਧ ਸੰਗਤ ਜੀ, ਇਹ ਸੀ 8ਵੀਂ ਅਸ਼ਟਪਦੀ ਦੀ ਸੰਪੂਰਨ ਕਥਾ ਸਮਾਪਤ ਹੁੰਦੀ ਹੈ। ਸੋ ਇੱਥੇ ਹੀ ਸਮਾਪਤੀ ਹੈ। ਗੁਰਬਾਣੀ ਸਾਹਿਬ ਜੀ ਨੂੰ ਪੜ੍ਹਦਿਆਂ, ਗਾਉਂਦਿਆਂ, ਵਿਚਾਰ ਕਰਦਿਆਂ, ਮਹਾਤਮਾਵਾਂ ਦੀਆਂ ਸ਼ੁਭ ਰੂਹਾਂ ਦੀਆਂ ਬਾਣੀ ਸਾਖੀਆਂ ਸੁਣਾਉਂਦਿਆਂ ਏਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਗਲਤੀਆਂ ਹੋ ਜਾਂਦੀਆਂ ਹਨ। ਆਪ ਸਾਧ ਸੰਗਤ ਜੀ ਬਖਸ਼ਣ ਯੋਗ ਹੋ ਬਖਸ਼ ਲੈਣਾ। ਗੁਰੂ ਸਾਹਿਬਾਨ ਜੀ ਸਾਨੂੰ ਬਖਸ਼ ਲੈਣ। ਅੱਗੇ ਤੋਂ ਸਮੱਤ ਬੁੱਧ ਬਖਸ਼ਣ। ਔਰ ਅਗਲੀ 9ਵੀਂ ਅਸ਼ਟਪਦੀ ਦੀ ਵਿਚਾਰ ਕੱਲ੍ਹ ਨੂੰ ਪ੍ਰਾਰੰਭ ਹੋਵੇਗੀ। ਇੱਥੇ ਹੀ 8 ਅਸ਼ਟਪਦੀਆਂ ਦੀ ਹੁਣ ਤੱਕ ਸੰਪੂਰਨਤਾ ਹੋਈ ਹੈ। ਆਓ ਸੰਪੂਰਨਤਾ ਵਾਲੀਆਂ ਸਮਾਪਤੀ ਦੀਆਂ ਪੰਕਤੀਆਂ ਅਸੀਂ ਇਸ ਅਸ਼ਟਪਦੀ ਦੀਆਂ ਪੜ੍ਹਨਾ ਕਰੀਏ ਔਰ ਸਰਵਣ ਕਰੀਏ। ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਨੀ, ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।